ਕੇਂਦਰ ਤੋਂ ਦੇਖੋ ਤਾਂ ਮਨੁੱਖ ਪਰਮਾਤਮਾ ਹੈ, ਮਨੁੱਖ ਨੂੰ ਉਸ ਦੇ ਦਾਇਰੇ ਦੀ ਤਰਫ ਤੋਂ ਦੇਖੋ ਤਾਂ ਮਨੁੱਖ ਸੰਸਾਰ ਹੈ, ਬਾਹਰ ਤੋਂ ਪਕੜੋ ਮਨੁੱਖ ਨੂੰ ਤਾਂ ਪਦਾਰਥ ਹੈ, ਅੰਦਰ ਤੋਂ ਦੇਖੋ ਤਾਂ ਅਮਰ ਜੋਤੀ ਹੈ। ਮਨੁੱਖ ਦੋ ਦਾ ਮੇਲ ਹੈ, ਆਕਾਰ ਦਾ ਅਤੇ ਨਿਰਾਕਾਰ ਦਾ। ਇਹੀ ਮਨੁੱਖ ਦੀ ਪੀੜ ਵੀ ਹੈ, ਇਹੀ ਉਸ ਦੀ ਖੁਸ਼ੀ ਵੀ ਹੈ। ਮਨੁੱਖ ਦੀ ਪੀੜ ਇਹੀ ਹੈ ਕਿ ਉਹ ਇੱਕ ਨਹੀਂ ਦੋ ਨਾਲ ਬਣਿਆ ਹੋਇਆ, ਦੋ ਉਲਟ ਤੱਤਾਂ ਨਾਲ। ਇਸ ਲਈ ਉਸ ਦੇ ਅੰਦਰ ਲਗਾਤਾਰ ਤਣਾਅ ਹੈ, ਖਿਚਾਅ ਹੈ। ਪਦਾਰਥ ਖਿੱਚਦਾ ਹੈ ਆਪਣੇ ਵੱਲ, ਆਤਮਾ ਖਿੱਚਦੀ ਹੈ ਆਪਣੇ ਵੱਲ। ਮਨੁੱਖਤਾ ਦੋਨਾਂ ਦੇ ਵਿਚਾਲੇ ਫਸ ਜਾਂਦੀ ਹੈ, ਜਕੜ ਜਾਂਦੀ ਹੈ, ਉਲਝ ਜਾਂਦੀ ਹੈ। ਜੇਕਰ ਇੱਕ ਹੀ ਤੱਤ ਹੋਵੇ ਤਾਂ ਕੋਈ ਤਣਾਅ ਨਾ ਹੋਵੇ। ਮਰੇ ਹੋਏ ਆਦਮੀ ਵਿੱਚ ਫਿਰ ਕੋਈ ਤਣਾਅ ਨਹੀਂ ਰਹਿੰਦਾ, ਉਸ ਦੀ ਦੇਹ ਫਿਰ ਸ਼ਾਂਤ ਹੋ ਜਾਂਦੀ ਹੈ। ਸਮਾਧੀ ਸਥਿਤ ਆਦਮੀ ਵਿੱਚ ਵੀ ਫਿਰ ਕੋਈ ਤਣਾਅ ਨਹੀਂ ਰਹਿੰਦਾ, ਆਤਮਾ ਹੀ ਬਚਦੀ ਹੈ। ਮ੍ਰਿਤਕ ਦੇਹ ਪਈ ਹੋਵੇ ਤਾਂ ਸਰੀਰ ਬਚਿਆ ਹੈ। ਸਮਾਧੀ ਸਥਿਤ ਵਿਅਕਤੀ ਪਿਆ ਹੋਵੇ ਤਾਂ ਉਸ ਦੇ ਅੰਦਰ ਹੁਣ ਆਤਮਾ ਹੀ ਬਚੀ ਹੈ, ਸਰੀਰ ਭੁੱਲ ਗਿਆ। ਜਦੋਂ ਤੱਕ ਦੋਨੋਂ ਹਨ, ਦੋਨਾਂ ਦੇ ਵਿਚਾਲੇ ਅਸੀਂ ਡਾਵਾਂਡੋਲ ਹਾਂ, ਤਦ ਤੱਕ ਚਿੰਤਾ, ਤਣਾਅ, ਸੰਤਾਪ, ਬੇਚੈਨੀ ਹੈ। ਕਿਤੇ ਵੀ ਕੋਈ ਕੰਡਾ ਲੱਗਦਾ ਪ੍ਰਤੀਤ ਨਹੀਂ ਹੁੰਦਾ, ਦੋਨੇ ਹੀ ਖਿੱਚਦੇ ਹਨ ਆਪਣੇ ਵੱਲ। ਸੁਭਾਵਿਕ ਤੌਰ 'ਤੇ ਠੀਕ ਹੈ ਖਿੱਚਣਾ। ਪਦਾਰਥ ਖਿੱਚਦਾ ਹੇਠਾਂ ਵੱਲ ਨੂੰ, ਆਤਮਾ ਉੱਠ ਜਾਣਾ ਚਾਹੁੰਦੀ ਉੱਪਰ ਵੱਲ ਨੂੰ। ਇਉਂ ਸਮਝੋ ਜਿਵੇਂ ਇੱਕ ਮਿੱਟੀ ਦਾ ਦੀਵਾ ਹੋਵੇ, ਜਗਦੀ ਹੋਵੇ ਇੱਕ ਜੋਤ ਉਹਦੇ ਵਿੱਚ, ਤਾਂ ਮਿੱਟੀ ਦਾ ਦੀਵਾ ਜ਼ਮੀਨ ਦਾ ਹਿੱਸਾ ਹੈ। ਜੋਤ ਦੌੜਦੀ ਰਹਿੰਦੀ ਹੈ ਉੱਪਰ ਵੱਲ, ਉਹ ਸੂਰਜ ਦਾ ਹਿੱਸਾ ਹੈ। ਮਿੱਟੀ ਦਾ ਦੀਵਾ ਪਿਆ ਹੈ ਹੇਠਾਂ, ਜ਼ਮੀਨ ਨਾਲ ਬੱਧਿਆ ਹੋਇਆ ਹੈ। ਆਦਮੀ ਦੀ ਦੇਹ ਮਿੱਟੀ ਦੀ ਹੈ, ਉਸ ਦੇ ਅੰਦਰ ਵੀ ਨਿਵਾਸੀ ਜੋਤ ਪੂਰਨ ਹੈ। ਉਹ ਅੰਦਰ ਦਾ ਨਿਵਾਸੀ ਉੱਪਰ ਨੂੰ ਉੱਠਣਾ ਚਾਹੁੰਦਾ ਹੈ ਅਤੇ ਦੇਹ ਹੇਠਾਂ ਵੱਲ ਨੂੰ ਜਾਣਾ ਚਾਹੁੰਦੀ ਹੈ। ਆਦਮੀ ਇਹਨਾਂ ਦੋਹਾਂ ਦਾ ਜੋੜ ਹੈ। ਇਸ ਲਈ ਆਦਮੀ ਜਦ ਤੱਕ ਆਦਮੀ ਹੈ ਬੇਚੈਨ ਰਹਿੰਦਾ ਹੈ। ਆਦਮੀ ਰਹਿੰਦੇ ਹੋਏ ਕੋਈ ਵੀ ਹੱਲ ਨਹੀਂ ਹੈਗਾ, ਉਹਨੂੰ ਬੇਚੈਨ ਰਹਿਣਾ ਹੀ ਪਏਗਾ, ਕਿਉਂਕਿ ਬੇਚੈਨੀ ਬਿਨਾਂ ਕੁਛ ਵੀ ਨਹੀਂ ਹੈ ਉਹਦੇ ਲਈ। ਦੋ ਤਰ੍ਹਾਂ ਨਾਲ ਹੱਲ ਮਿਲਦਾ ਹੈ, ਜਾਂ ਤਾਂ ਆਦਮੀ ਰਾਜ਼ੀ ਹੋ ਜਾਵੇ, ਸਰੀਰ ਨੂੰ ਪੂਰੀ ਤਰ੍ਹਾਂ ਮਿੱਟੀ ਮੰਨ ਲਵੇ, ਉੱਪਰ ਦੀ ਯਾਤਰਾ ਛੱਡ ਦੇਵੇ। ਜਿਹੜੇ ਲੋਕ ਬਹੁਤ ਨੀਵਾਂ ਜੀਵਨ ਜਿਉਂਦੇ ਨੇ, ਉਹਨਾਂ ਦੇ ਬਾਹਰ ਕਿੰਨਾ ਹੀ ਉਪੱਦਰ ਹੁੰਦਾ ਰਹੇ, ਦੂਜਿਆਂ ਵਿੱਚ ਕਿੰਨੀਆਂ ਹੀ ਤਕਲੀਫਾਂ ਖੜੀਆਂ ਹੋਣ, ਅੰਦਰ ਇੱਕ ਅਰਥ ਵਿੱਚੋਂ ਸ਼ਾਂਤ ਹੁੰਦੇ ਨੇ। ਕੈਦਖਾਨਿਆਂ ਵਿੱਚ ਜਾਓ, ਅਪਰਾਧੀਆਂ ਦੀਆਂ ਅੱਖਾਂ ਵਿੱਚ ਦੇਖੋ, ਸਾਧੂ ਆਸ਼ਰਮਾਂ ਵਿੱਚ ਬੈਠੇ ਹੋਏ ਸਾਧੂ ਦੀਆਂ ਅੱਖਾਂ ਤੋਂ ਵੱਧ ਸ਼ਾਂਤ ਅਪਰਾਧੀ ਦੀਆਂ ਅੱਖਾਂ ਮਿਲਣਗੀਆਂ। ਕਾਰਨ ਹੈ ਉਹਦੇ ਵਿੱਚ, ਉਹਨਾਂ ਨੇ ਲੜਾਈ ਛੱਡ ਦਿੱਤੀ, ਨੀਵੇਂ ਡਿੱਗਣ ਨੂੰ ਤਿਆਰ ਹੋ ਗਏ। ਉਹ ਜੋ ਉੱਪਰ ਦੀ ਆਵਾਜ਼ ਹੈ ਦਬਾ ਦਿੱਤੀ, ਹੇਠਾਂ ਦੀ ਸੁਰ ਨਾਲ ਆਪਣਾ ਪੂਰਨ ਤਾਲਮੇਲ ਬਿਠਾ ਲਿਆ। ਫਿਰ ਉਸ ਆਦਮੀ ਦੀਆਂ ਅੱਖਾਂ ਵਿੱਚ ਸ਼ਾਂਤੀ ਮਿਲਦੀ ਹੈ ਜਿਸ ਨੇ ਨੀਵੇਂ ਨੂੰ ਜਿੱਤ ਲਿਆ ਹੈ। ਉੱਪਰ ਦੀ ਯਾਤਰਾ ਹੀ ਉਸ ਦਾ ਸਮਗਰ ਜੀਵਨ ਬਣ ਗਈ ਹੈ। ਇੱਕ ਦੇ ਨਾਲ ਹੈ ਸ਼ਾਂਤੀ, ਦੋ ਦੇ ਨਾਲ ਹੈ ਅਸ਼ਾਂਤੀ। ਅਸੀਂ ਦੋ ਵਿੱਚ ਹਾਂ। ਆਦਮੀ ਦਾ ਹੋਣਾ ਹੀ ਦੋ ਦੇ ਦਰਮਿਆਨ ਹੈ। ਇਸ ਸੂਤਰ ਨੂੰ ਇਸ ਦ੍ਰਿਸ਼ਟੀ ਤੋਂ ਸਮਝਣ ਦੀ ਕੋਸ਼ਿਸ਼ ਕਰਨਾ। ਮਨੁੱਖ ਵਿੱਚ ਆਲਸ ਦੇ ਸ਼ੁੱਧ ਅਤੇ ਉਜਲੇ ਸਤਮ ਨੂੰ ਛੱਡ ਕੇ ਸਭ ਕੁਛ ਮਰਨਾ ਹੈ। ਆਲਸ ਬੁੱਧ ਦਾ ਬੜਾ ਪਿਆਰਾ ਸ਼ਬਦ ਹੈ। ਆਲਸ ਦਾ ਅਰਥ ਹੁੰਦਾ ਹੈ ਘਰ, ਲੇਕਿਨ ਬੁੱਧ ਬੜੇ ਵਿਰਾਟ ਅਰਥਾਂ ਵਿੱਚ ਉਸ ਦਾ ਪ੍ਰਯੋਗ ਕਰਦੇ ਹਨ। ਉਹ ਕਹਿੰਦੇ ਹਨ ਕਿ ਸਮੁੱਚੀ ਚੇਤਨਾ ਦਾ ਇੱਕ ਘਰ ਹੈ, ਇੱਕ ਆਲਸ ਹੈ, ਇੱਕ ਸਟੋਰ ਹਾਊਸ ਹੈ। ਉਸ ਜਗਤ ਵਿੱਚ ਜਿੰਨੀਆਂ ਚੇਤਨਾਵਾਂ ਹਨ, ਉਹ ਸਭ ਇਕੱਠੇ ਇੱਕ ਹੀ ਘਰ ਦੀਆਂ ਕਿਰਨਾਂ ਹਨ, ਇੱਕ ਹੀ ਸੂਰਜ ਦੀਆਂ ਕਿਰਨਾਂ ਹਨ। ਉਹਨਾਂ ਸਭਨਾਂ ਦਾ ਇੱਕ ਕੇਂਦਰ ਹੈ, ਉਸ ਕੇਂਦਰ ਦਾ ਨਾਂ ਹੈ ਆਲਸ। ਮਨੁੱਖ ਵਿੱਚ ਆਲਸ ਅਰਥਾਤ ਵਿਸ਼ਮਤਾ ਜਾਂ ਪਰਮਾਤਮਾ ਦੇ ਸ਼ੁੱਧ ਤੇ ਉਜਲ ਸਤਮ ਨੂੰ ਛੱਡ ਕੇ, ਆਲਸ ਤੋਂ ਤੁਹਾਨੂੰ ਜੋ ਮਿਲਿਆ ਉਹਨੂੰ ਛੱਡ ਕੇ ਬਾਕੀ ਸਭ ਤੁਹਾਡੇ ਅੰਦਰ ਮਿੱਟੀ ਹੈ, ਜੋ ਤੁਹਾਨੂੰ ਇਸ ਕਿਰਨ ਦਾ ਕੋਈ ਪਤਾ ਨਹੀਂ ਲੱਗਣ ਦਿੰਦਾ। ਤਾਂ ਤੁਸੀਂ ਆਪਣੀ ਮਿੱਟੀ ਦੀ ਦੇਹ ਨੂੰ ਆਪਣੇ ਵਜੂਦ ਸਮਝਦੇ ਹੋ, ਤਦ ਜੀਵਨ ਮਿੱਟੀ ਦਾ ਡਿੱਗਣਾ ਅਤੇ ਮਿੱਟੀ ਦਾ ਉੱਠਣਾ ਹੋ ਜਾਂਦਾ ਹੈ। ਕਿਰਨ ਨੂੰ ਲੱਭਣਾ ਅਤੀ ਕਠਿਨ ਹੈ। ਇਸ ਲਈ ਕਠਿਨ ਹੋ ਗਿਆ ਕਿ ਮਿੱਟੀ ਬਹੁਤ ਹੈ, ਕਿਰਨ ਬਹੁਤ ਸੂਖਮ ਅਤੇ ਛੋਟੀ ਹੈ। ਅਨੁਪਾਤ ਮਿੱਟੀ ਦਾ ਬਹੁਤ ਜ਼ਿਆਦਾ ਹੈ। ਉਹ ਜੋ ਜੀਵਨ ਦੀ ਕਿਰਨ ਹੈ ਬੜੀ ਮੱਧਮ ਅਤੇ ਬੜੀ ਛੋਟੀ ਹੈ।
ਉਹ ਜੋ ਤੁਹਾਡੇ ਅੰਦਰ ਤੁਹਾਡੀ ਆਤਮਾ ਅਤੀ ਸੂਖਮ ਹੈ, ਤੁਹਾਡੀ ਤੇ ਸਥੂਲ ਹੈ। ਜੋ ਸਥੂਲ ਹੈ ਉਹ ਦਿਖਾਈ ਪੈਂਦਾ ਹੈ, ਹਰ ਛਿਨ ਅਨੁਭਵ ਵਿੱਚ ਆਉਂਦਾ ਹੈ। ਜੋ ਸੂਖਮ ਹੈ ਉਸ ਦੀ ਆਵਾਜ਼ ਵੀ ਸੁਣਾਈ ਨਹੀਂ ਪੈਂਦੀ, ਉਸ ਨੂੰ ਸੁਣਨ ਲਈ ਵੀ ਕੰਨਾਂ ਦੀ ਤਿਆਰੀ ਕਰਨੀ ਪੈਂਦੀ ਹੈ। ਉਹਨੂੰ ਸੁਣਨ ਲਈ ਬਹੁਤ ਧਿਆਨਪੂਰਵਕ ਖੋਜ ਕਰਨੀ ਪੈਂਦੀ ਹੈ। ਜਿਸ ਪਾਸੇ ਧਿਆਨ ਜਾਂਦਾ ਹੈ ਉਹ ਸਾਨੂੰ ਸੁਣਾਈ ਪੈਂਦਾ ਹੈ। ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਤੁਹਾਨੂੰ ਹੋਰ ਕੁਝ ਵੀ ਸੁਣਾਈ ਨਹੀਂ ਪਵੇਗਾ। ਇੱਕ ਪੰਛੀ ਜੇਕਰ ਚੀਂ ਚੀਂ ਕਰ ਰਿਹਾ ਹੋਵੇ ਤਾਂ ਸੁਣਾਈ ਨਹੀਂ ਪੈਂਦਾ। ਫਿਰ ਜੇਕਰ ਧਿਆਨ ਦਿਓ ਤਾਂ ਉਸ ਵੇਲੇ ਤੁਹਾਨੂੰ ਸੁਣਾਈ ਦਿੰਦਾ ਹੈ, ਨਹੀਂ ਤਾਂ ਕੇਵਲ ਮੇਰੀ ਆਵਾਜ਼ ਹੀ ਸੁਣਾਈ ਦੇਵੇਗੀ। ਤੁਹਾਡੇ ਆਲੇ ਦੁਆਲੇ ਕਿੰਨਾ ਵੀ ਸ਼ੋਰ ਕਿਉਂ ਨਾ ਹੋਵੇ, ਜੇ ਤੁਸੀਂ ਮੇਰੀ ਆਵਾਜ਼ ਨੂੰ ਹੀ ਧਿਆਨ ਨਾਲ ਸੁਣ ਰਹੇ ਹੋ ਤਾਂ ਤੁਹਾਨੂੰ ਮੇਰੀ ਹੀ ਆਵਾਜ਼ ਸੁਣਾਈ ਦੇਵੇਗੀ। ਆਪਣੇ ਦਿਲ ਦੀ ਧੜਕਣ ਵੀ ਸਥੂਲ ਹੈ, ਉਹ ਬਿਲਕੁਲ ਸੂਖਮ ਨਹੀਂ ਹੈ। ਉਹ ਜੋ ਅੰਦਰ ਆਤਮਾ ਦੀ ਕਿਰਨ ਹੈ ਉਹ ਤਾਂ ਅਤੀ ਸੂਖਮ ਹੈ, ਦਿਲ ਦੀ ਧੜਕਣ ਤੋਂ ਵੀ ਅਤੀ ਸੂਖਮ। ਕਿਰਨ ਦੀ ਤਾਂ ਚੋਟ ਵੀ ਕੀ ਹੁੰਦੀ ਹੈ। ਤੁਸੀਂ ਇੰਨੇ ਵਾਧੂ ਦੇ ਸ਼ੋਰਗੁਲ ਵਿੱਚ ਉਲਝੇ ਹੋ, ਇੰਨੀਆਂ ਸੂਖਮ ਆਵਾਜ਼ਾਂ ਤੁਹਾਡੇ ਚਾਰ ਚੁਫੇਰੇ ਹਨ। ਜਦ ਤੱਕ ਇਸ ਸਭ ਤੋਂ ਧਿਆਨ ਨਾ ਖਿੱਚ ਲਿਆ ਜਾਵੇ ਤਾਂ ਮੌਨ ਅੰਦਰ ਨਾ ਬੈਠ ਜਾਵੇ, ਤਦ ਤੱਕ ਸ਼ਾਇਦ ਉਹ ਜੋ ਅੰਦਰ ਦੀ ਕਿਰਨ ਹੈ ਉਹਦੀ ਕੋਈ ਪ੍ਰਤੀਤੀ ਨਹੀਂ ਹੋਵੇਗੀ, ਉਹਦਾ ਕੋਈ ਪਤਾ ਨਹੀਂ ਲੱਗੇਗਾ। ਇਸ ਲਈ ਆਤਮਾ ਦੀ ਅਸੀਂ ਗੱਲ ਕਰਦੇ ਰਹਿੰਦੇ ਹਾਂ, ਪਰ ਆਤਮਾ ਦਾ ਸਾਨੂੰ ਕੋਈ ਅਤਾ ਪਤਾ ਨਹੀਂ ਲੱਗਦਾ। ਅਸੀਂ ਜਾਣਦੇ ਹੀ ਹਾਂ ਕਿ ਅਸੀਂ ਸਰੀਰ ਹਾਂ, ਮਿੱਟੀ ਮਿੱਟੀ ਵਿੱਚ ਰਲ ਜਾਏਗੀ। ਡਰ ਲੱਗਦਾ ਹੈ ਮਿਟਣ ਤੋਂ, ਭੈ ਹੁੰਦਾ ਹੈ ਮਿਟਣ ਤੋਂ, ਤਾਂ ਮੰਨਣ ਦਾ ਮਨ ਹੁੰਦਾ ਹੈ ਕਿ ਆਤਮਾ ਹੋਵੇ। ਸਾਨੂੰ ਆਤਮਾ ਦਾ ਵਜੂਦ ਨਹੀਂ ਪਤਾ, ਸਾਨੂੰ ਸਿਰਫ ਮਿੱਟੀ ਦੇ ਮਿਟਣ ਦਾ ਡਰ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਆਤਮਾ ਹੋਵੇ ਜੋ ਅਮਰ ਹੋਵੇ। ਅਜਿਹਾ ਅਸੀਂ ਚਾਹੁੰਦੇ ਹਾਂ ਕਿ ਆਤਮਾ ਹੋਵੇ, ਅਸੀਂ ਮਰੀਏ ਨਾ, ਅਮਰਤਾ ਦੀ ਗੱਲ ਚਾਹੁੰਦੇ ਹਾਂ ਅਸੀਂ। ਲੇਕਿਨ ਚਾਹ ਦਾ ਸਵਾਲ ਨਹੀਂ ਹੈ, ਜਿਸ ਦਾ ਸਾਨੂੰ ਪਤਾ ਹੀ ਨਹੀਂ ਹੈ ਹੋਵੇ ਵੀ ਤਾਂ ਉਸ ਦੇ ਹੋਣ ਨਾਲ ਕੀ ਫਰਕ ਪੈਂਦਾ ਹੈ। ਜਿਸ ਦਾ ਸਾਨੂੰ ਪਤਾ ਹੈ ਉਹ ਨਾ ਵੀ ਹੋਵੇ ਤਾਂ ਵੀ ਮੁਸੀਬਤ ਤਾਂ ਉਸ ਤੋਂ ਹੀ ਹੋਵੇਗੀ, ਗਿਆਨ ਹੀ ਮੌਜੂਦ ਹੈ। ਜਿਸ ਦਾ ਸਾਨੂੰ ਪਤਾ ਨਹੀਂ ਉਹ ਨਾ ਦੇ ਬਰਾਬਰ ਹੈ, ਹੋਵੇਗਾ ਜਾਂ ਨਹੀਂ ਹੋਵੇਗਾ ਕੀ ਫਰਕ ਪੈਂਦਾ ਹੈ। ਜਿਸ ਦਾ ਸਾਨੂੰ ਗਿਆਨ ਹੈ, ਨਾ ਵੀ ਹੈ ਤਾਂ ਵੀ ਉਹ ਸਾਡੇ ਜੀਵਨ ਨੂੰ ਪ੍ਰਭਾਵਿਤ ਕਰੇਗਾ। ਇੱਕ ਸੁਪਨੇ ਨੂੰ ਤੁਸੀਂ ਸੱਚ ਮੰਨ ਲਵੋ ਤਾਂ ਤੁਹਾਡਾ ਜੀਵਨ ਉਸ ਤੋਂ ਪ੍ਰਭਾਵਿਤ ਹੋ ਜਾਏਗਾ। ਤੁਸੀਂ ਇਸ ਸਾਰੇ ਜੀਵਨ ਨੂੰ ਵੀ ਸੁਪਨਾ ਮੰਨ ਲਵੋ ਤਾਂ ਤੁਸੀਂ ਇਸ ਤੋਂ ਅਣਪ੍ਰਭਾਵਿਤ ਹੋ ਜਾਓਗੇ। ਤੁਹਾਡੀ ਮਾਨਤਾ ਵਿੱਚ ਤੁਹਾਡਾ ਵਜੂਦ ਹੈ, ਜਿਹੋ ਜਿਹਾ ਤੁਸੀਂ ਮੰਨ ਲੈਂਦੇ ਹੋ ਉਹੋ ਜਿਹਾ ਹੋ ਜਾਂਦਾ ਹੈ। ਇਹ ਜੋ ਅੰਦਰ ਦੀ ਕਿਰਨ ਹੈ ਇਹ ਇੰਨੀ ਸੂਖਮ ਹੈ, ਜਦ ਤੱਕ ਸਥੂਲ ਤੋਂ ਸਾਡਾ ਧਿਆਨ ਪੂਰੀ ਤਰ੍ਹਾਂ ਨਾ ਹਟੇ ਤਦ ਤੱਕ ਇਹ ਸੁਣਾਈ ਨਹੀਂ ਪਏਗੀ। ਇਸ ਨੂੰ ਸੁਣਨ ਦੇ ਲਈ ਕਈ ਉਪਾਅ ਹੋ ਸਕਦੇ ਹਨ, ਕਈ ਉਪਾਅ ਹਨ। ਮੇਰੀ ਦ੍ਰਿਸ਼ਟੀ ਵਿੱਚ ਜਿਹੜਾ ਉਪਾਅ ਸਭ ਤੋਂ ਉਪਯੋਗੀ ਹੋ ਸਕਦਾ ਹੈ ਉਹ ਇਹ ਹੈ ਕਿ ਪਹਿਲਾਂ ਤੁਸੀਂ ਆਪਣੇ ਆਸ-ਪਾਸ ਪੂਰਾ ਤੂਫਾਨ ਉਠਾ ਲਵੋ। ਇਸ ਲਈ ਧਿਆਨ ਦੇ ਜਿਹੜੇ ਪ੍ਰਯੋਗ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਉਹ ਸਭ ਤੂਫਾਨੀ ਹਨ। ਪੂਰਾ ਤੂਫਾਨ ਉਠਾ ਲਓ, ਜਿੰਨਾ ਸ਼ੋਰਗੁਲ ਹੋ ਸਕਦਾ ਕਰ ਲਵੋ, ਜਿੰਨੀ ਆਵਾਜ਼ ਕੀਤੀ ਜਾ ਸਕਦੀ ਹੈ ਤੁਹਾਡੇ ਤੋਂ ਕਰ ਲਓ। ਸਥੂਲ ਦੀਆਂ ਜਿੰਨੀਆਂ ਆਵਾਜ਼ਾਂ ਹੋ ਸਕਦੀਆਂ ਉਹ ਸਭ ਹੋ ਜਾਣ ਦਿਓ। ਬਾਹਰ ਕੁਝ ਵੀ ਸ਼ਾਂਤ ਨਾ ਰਹਿ ਜਾਵੇ, ਸਭ ਉਪਦਰਵ ਹੋ ਜਾਣ। ਚਾਰ ਚੁਫੇਰੇ ਸ਼ੁਦਾ ਖੜਾ ਹੋ ਜਾਵੇ ਤਦ ਅਚਾਨਕ ਰੁਕ ਜਾਣਾ। ਇਸ ਤੂਫਾਨ ਦੀ ਪਿੱਠ ਭੂਮੀ ਵਿੱਚ ਸ਼ਾਇਦ ਛਿਨ ਭਰ ਲਈ ਤੁਹਾਨੂੰ ਸ਼ਾਂਤੀ ਦੀ ਕਿਰਨ ਦਿਖਾਈ ਪੈ ਜਾਵੇ। ਉਲਟ ਵਿੱਚ ਦੇਖਣਾ ਆਸਾਨ ਹੁੰਦਾ ਹੈ, ਲੇਕਿਨ ਤਦ ਉਲਟ ਨੂੰ ਅਸੀਂ ਅਤੀ ਤੱਕ ਲੈ ਜਾਣਾ ਚਾਹੁੰਦੇ ਹਾਂ। ਜ਼ਰੂਰੀ ਵੀ ਅਤੀ ਤੱਕ ਲੈ ਕੇ ਜਾਣਾ। ਜਿਹੜੇ ਲੋਕ ਵਿਸ਼ਰਾਮ ਦੀ ਕਲਾ ਦੇ ਸੰਬੰਧ ਵਿੱਚ ਖੋਜ ਕਰਦੇ ਹਨ, ਆਰਟ ਆਫ ਰਿਲੈਕਸੇਸ਼ਨ ਦੇ ਸੰਬੰਧ ਵਿੱਚ, ਉਹਨਾਂ ਨੇ ਇੱਕ ਮੌਲਿਕ ਸੂਤਰ ਖੋਜਿਆ। ਇਹ ਅਤੀ ਵਿਗਿਆਨਿਕ ਹੈ। ਜੇ ਕੋਈ ਤੁਹਾਨੂੰ ਕਹੇ ਕਿ ਸਰੀਰ ਨੂੰ ਢਿੱਲਾ ਛੱਡ ਦਿਓ, ਵਿਸ਼ਰਾਮ ਵਿੱਚ ਛੱਡ ਦਿਓ, ਤੁਸੀਂ ਕੀ ਕਰੋਗੇ, ਕਿਵੇਂ ਛੱਡ ਦਿਓਗੇ? ਐਵੇਂ ਲੇਟ ਜਾਣ ਦਾ ਨਾਂ ਵਿਸ਼ਰਾਮ ਨਹੀਂ ਹੈ। ਵਿਸ਼ਰਾਮ ਇੱਕ ਬੜੀ ਨਿਆਰੀ ਅਵਸਥਾ ਹੈ ਜਿਸ ਦਾ ਸਾਨੂੰ ਪਤਾ ਹੀ ਨਹੀਂ ਹੈ। ਤੁਸੀਂ ਜਾਗਣਾ ਚਾਹੁੰਦੇ ਹੋ, ਜਾਗਣਾ ਜਾਣਦੇ ਹੋ ਜੋ ਕਿ ਮਿਹਨਤ ਹੈ। ਤੁਸੀਂ ਸੌਣਾ ਜਾਣਦੇ ਹੋ ਜੋ ਕਿ ਥੱਕਣਾ ਹੈ। ਵਿਸ਼ਰਾਮ ਦਾ ਤੁਹਾਨੂੰ ਪਤਾ ਹੀ ਨਹੀਂ ਹੈ, ਜਾਗਣਾ ਮਿਹਨਤ ਹੈ, ਸੌਣਾ ਥੱਕ ਜਾਣਾ ਹੈ। ਇਸ ਲਈ ਮਜ਼ਦੂਰ ਗਹਿਰਾ ਸੌਂ ਲੈਂਦੇ ਨੇ ਕਿਉਂਕਿ ਥੱਕੇ ਹੁੰਦੇ ਨੇ। ਇਸ ਲਈ ਨਹੀਂ ਕਿ ਉਹਨਾਂ ਨੂੰ ਗਹਿਰੇ ਵਿਸ਼ਰਾਮ ਦਾ ਪਤਾ ਹੈ, ਇਸ ਲਈ ਉਹ ਗਹਿਰਾ ਥੱਕ ਜਾਂਦੇ ਨੇ। ਅਮੀਰ ਨਹੀਂ ਸੌ ਪਾਉਂਦਾ ਕਿਉਂਕਿ ਥੱਕਦੇ ਨਹੀਂ।
ਸਾਰਾ ਦਿਨ ਵਿਹਲੇ ਰਹਿੰਦੇ ਆ, ਨੀਂਦ ਆਊ ਕਿੱਥੋਂ? ਸਾਡੀ ਨੀਂਦ ਥਕਾਨ ਹੈ। ਸਿਰਫ ਧਿਆਨੀ ਦੀ ਨੀਂਦ ਵਿਸ਼ਰਾਮ ਹੁੰਦੀ ਹੈ। ਅਸੀਂ ਜਿੰਨੇ ਥੱਕ ਜਾਂਦੇ ਹਾਂ ਉਨੀ ਨੀਂਦ ਵਿੱਚ ਪੈ ਜਾਂਦੇ ਹਾਂ। ਸਰੀਰ ਜਵਾਬ ਦੇ ਦਿੰਦਾ ਹੈ, ਹੋਰ ਮਿਹਨਤ ਨਹੀਂ ਕੀਤੀ ਜਾ ਸਕਦੀ, ਸਰੀਰ ਡਿੱਗ ਪੈਂਦਾ। ਥਕਾਨ ਅਤੇ ਮਿਹਨਤ ਦੇ ਵਿਚਾਲੇ ਮੱਧ ਵਿੱਚ ਇੱਕ ਬਿੰਦੂ ਹੈ ਜੋ ਵਿਸ਼ਰਾਮ ਹੈ। ਲੇਕਿਨ ਅਸੀਂ ਵਿਸ਼ਰਾਮ ਵਿੱਚ ਜਾਈਏ ਕਿਵੇਂ? ਅਸੀਂ ਦੋਵਾਂ ਵਿੱਚ ਘੁੰਮ ਸਕਦੇ ਹਾਂ, ਮਿਹਨਤ ਕਰ ਸਕਦੇ ਹਾਂ, ਥੱਕ ਸਕਦੇ ਹਾਂ। ਦਰਮਿਆਨ ਵਿੱਚ ਇੱਕ ਹੋਰ ਥਾਂ ਹੈ, ਉਸ ਦਾ ਕਿਵੇਂ ਪਤਾ ਕਰੀਏ ਕਦ ਵਿਸ਼ਰਾਮ ਦਾ ਛਿਨ ਹੈ? ਤਾਂ ਵਿਸ਼ਰਾਮ ਦੀ ਕਲਾ ਕਹਿੰਦੀ ਹੈ ਪਹਿਲਾਂ ਲੇਟ ਜਾਓ, ਆਪਣੇ ਸਰੀਰ ਨੂੰ ਜਿੰਨਾ ਤਾਣ ਸਕੋ ਤਣਾਅ ਨਾਲ ਭਰ ਸਕੋ ਭਰੋ। ਜਿਵੇਂ ਇਹ ਬਾਂਹ ਹੈ ਮੇਰੀ, ਇਸ ਨੂੰ ਜੇ ਮੈਂ ਵਿਸ਼ਰਾਮ ਵਿੱਚ ਲਿਜਾਣਾ ਹੈ ਤਾਂ ਪਹਿਲਾਂ ਮੈਂ ਇਸ ਨੂੰ ਖਿੱਚਾਂ, ਇਸ ਦੀ ਨਸ ਨਸ ਨੂੰ ਖਿੱਚਾਂ, ਇਸ ਨੂੰ ਇੰਨਾ ਤਣਾਅ ਨਾਲ ਭਰ ਦੇਵਾਂ ਕਿ ਇਸ ਤੋਂ ਅੱਗੇ ਤਣਾਅ ਵਿੱਚ ਜਾਣ ਦਾ ਕੋਈ ਉਪਾਅ ਨਾ ਰਹੇ। ਜਿੰਨਾ ਮੈਂ ਖਿੱਚ ਸਕਾਂ ਇਸ ਬਾਂਹ ਨੂੰ, ਜਿੰਨਾ ਤਾਣ ਸਕਾਂ ਇਸ ਦਾ ਰੋਮ ਰੋਮ, ਇਸ ਦੀ ਚਮੜੀ ਦਾ ਟੁਕੜਾ ਟੁਕੜਾ, ਇਸ ਦੇ ਅੰਦਰ ਦੀਆਂ ਨਾੜਾਂ, ਮਾਸ, ਚਰਬੀ, ਖੂਨ ਸਭ ਧੋਇਆ ਜਾਵੇ। ਮੈਂ ਉਸ ਥਾਂ 'ਤੇ ਆ ਜਾਵਾਂ ਜਦ ਮੈਂ ਸਮਝ ਰਿਹਾ ਕਿ ਹੁਣ ਇਸ ਤੋਂ ਅੱਗੇ ਹੋਰ ਤਣਾਅ ਪੈਦਾ ਨਹੀਂ ਕੀਤਾ ਜਾ ਸਕਦਾ। ਤਦ ਇਸ ਨੂੰ ਇੱਕਦਮ ਢਿੱਲਾ ਛੱਡਦੇ ਹਾਂ। ਉਹ ਜੋ ਦਬੇ ਹੋਏ ਹਨ ਮਸਲਜ਼ ਇੱਕਦਮ ਢਿੱਲੇ ਹੋ ਜਾਣਗੇ। ਉਹਨਾਂ ਦਾ ਪੜਾਅ ਵੱਲ ਢਿੱਲੇ ਹੋਣਾ ਤੁਸੀਂ ਮਹਿਸੂਸ ਕਰ ਸਕਦੇ ਹੋ। ਜੇਕਰ ਧਿਆਨਪੂਰਵਕ ਬਾਂਹ ਨੂੰ ਤੁਸੀਂ ਮਹਿਸੂਸ ਕਰੋ ਤਾਂ ਤੁਸੀਂ ਪਾਓਗੇ ਕਿ ਪੌੜੀ ਪੌੜੀ ਬਾਂਹ ਵਿਸ਼ਰਾਮ ਵਿੱਚ ਜਾ ਰਹੀ ਹੈ। ਤਦ ਇੱਕ ਥਾਂ 'ਤੇ ਆ ਕੇ ਬਾਂਹ ਰੁਕ ਜਾਏਗੀ, ਜਿਸ ਤੋਂ ਹੇਠਾਂ ਨਹੀਂ ਜਾਇਆ ਜਾ ਸਕਦਾ। ਉਹ ਵਿਸ਼ਰਾਮ ਦਾ ਛਿਨ ਹੋਵੇਗਾ, ਉਹ ਵਿਸ਼ਰਾਮ ਦਾ ਪਲ ਹੋਵੇਗਾ। ਇਸ ਵਿਸ਼ਰਾਮ ਨੂੰ ਜਾਣਨਾ ਹੋਵੇ ਤਾਂ ਤਣਾਅ ਦੀ ਪਿੱਠ ਭੂਮੀ ਬਣਾਉਣੀ ਪੈਂਦੀ ਹੈ। ਠੀਕ ਇਹੀ ਸੂਤਰ ਦੇ ਧਿਆਨ ਲਈ ਹੈ। ਪਹਿਲਾਂ ਤੁਹਾਡੇ ਅੰਦਰ ਜਿੰਨਾ ਤੂਫਾਨ ਮਨ ਵਿੱਚ ਹੋਵੇ ਉਸ ਨੂੰ ਪੂਰਾ ਉਠਾ ਲਵੋ, ਜਿੰਨਾ ਕਰਨਾ ਕਿਰਿਆ ਪੂਰਾ ਉਠਾ ਲਵੋ। ਕੁਝ ਰੱਤੀ ਭਰ ਵੀ ਨਾ ਛੱਡਣਾ, ਜੋ ਵੀ ਹੋ ਸਕਦਾ ਤੁਹਾਡੇ ਅੰਦਰ ਪਾਗਲਪਨ ਸਾਰਾ ਕੱਢ ਲੈਣਾ। ਇੱਕ ਤੂਫਾਨ ਹੋ ਜਾਵੇ, ਇੱਕ ਬਾਬ ਰੋਲਾ, ਇੱਕ ਹਨੇਰੀ, ਤਦ ਇੱਕ ਦਮ ਨਾਲ ਠਹਿਰ ਜਾਣਾ। ਉਸੇ ਵੇਲੇ ਪੌੜੀ ਪੌੜੀ ਇੱਕ ਇੱਕ ਕਦਮ ਉਸ ਥਾਂ ਆ ਜਾਓਗੇ ਜਿੱਥੇ ਤੁਸੀਂ ਪਾਓਗੇ ਹੁਣ ਵਿਸ਼ਰਾਮ ਹੈ। ਉਸ ਵਿਸ਼ਰਾਮ ਦੇ ਛਿਨ ਵਿੱਚ ਹੀ ਕਦੇ ਤੁਹਾਨੂੰ ਅੰਦਰ ਦੀ ਕਿਰਨ ਦੀ ਪਹਿਲੀ ਦਫਾ ਛੋਹ ਲੱਗੇਗੀ। ਨਹੀਂ ਕਿਹਾ ਜਾ ਸਕਦਾ ਕਦੋਂ ਹੋਵੇਗਾ। ਇਹ ਅਤੀ ਸੂਖਮ ਹੈ, ਬਹੁਤ ਬਾਰੀਕ ਹੈ, ਇਸ ਲਈ ਮੋਟੇ ਨਿਯਮ ਇਹਦੇ 'ਤੇ ਕੰਮ ਨਹੀਂ ਆਉਂਦੇ। ਲੇਕਿਨ ਹੋਵੇਗਾ ਜ਼ਰੂਰ, ਹੋਇਆ ਹੈ, ਬਹੁਤਿਆਂ ਨੂੰ ਹੋਇਆ, ਤੁਹਾਨੂੰ ਵੀ ਹੋਵੇਗਾ। ਹੋਵੇਗਾ ਉਸ ਦਿਨ ਜਿਸ ਦਿਨ ਤਾਲਮੇਲ ਬੈਠ ਜਾਵੇਗਾ, ਤੁਹਾਡਾ ਤੂਫਾਨ ਬਿਲਕੁਲ ਸ਼ਾਂਤ ਹੋਵੇਗਾ, ਕੇਂਦਰ ਬਿਲਕੁਲ ਸ਼ਾਂਤ ਵਿੱਚ ਖੜਾ ਹੋਵੇਗਾ। ਅਚਾਨਕ ਕਿਰਨ ਛੋ ਜਾਏਗੀ, ਤੁਸੀਂ ਪਹਿਲੀ ਦਫਾ ਆਤਮਾ ਹੋ ਜਾਓਗੇ ਸੀ ਸਦਾ ਤੋਂ, ਪਰ ਜਿਸ ਦਾ ਸਦਾ ਤੋਂ ਪਤਾ ਨਹੀਂ ਸੀ ਉਸ ਦੇ ਹੋਣ ਦਾ ਕੀ ਮਤਲਬ। ਜਿਸ ਛਿਣ ਉਹ ਕਿਰਨ ਜੋ ਸਦਾ ਤੋਂ ਮੌਜੂਦ ਸੀ ਤੁਹਾਨੂੰ ਦਿਖਾਈ ਪਵੇਗੀ ਤੇ ਅਨੁਭਵ ਵਿੱਚ ਆ ਜਾਏਗੀ, ਉਸ ਦਿਨ ਹੀ ਦੇਹ ਮਿਟ ਜਾਏਗੀ। ਇਹ ਨਹੀਂ ਕਿ ਤੁਸੀਂ ਮਰ ਜਾਓਗੇ, ਦੇਹ ਚਲੀ ਜਾਏਗੀ, ਜਾਗੇਗੀ, ਸੌਂਵੇਗੀ। ਹੁਣ ਤੁਸੀਂ ਦੇਹ ਨਹੀਂ ਹੋ, ਤੁਸੀਂ ਇੱਕ ਮਿਕਤਾ ਬਦਲ ਦਿੱਤੀ ਹੈ। ਕੱਲ੍ਹ ਤੱਕ ਤੁਸੀਂ ਲੱਗਦਾ ਸੀ ਤੁਹਾਨੂੰ ਕਿ ਮੈਂ ਦੇਹ ਹਾਂ, ਅੱਜ ਗੱਲ ਖੋ ਗਈ। ਅੱਜ ਦੇਹ ਦੇ ਅੰਦਰ ਜੋ ਕਿਰਨ ਹੈ ਛੁਪੀ ਹੋਈ ਰਹੱਸ ਦੀ, ਉਹ ਤੁਸੀਂ ਹੋ ਗਏ। ਹੁਣ ਇਹ ਦੇਹ 'ਚ ਰਹਿਣ ਦੀ ਜ਼ਰੂਰਤ ਹੈ, ਇਸ ਦਾ ਉਪਯੋਗ ਹੈ, ਇਸ ਦੀਆਂ ਲੋੜਾਂ ਹਨ, ਤਾਂ ਤੁਸੀਂ ਉਹ ਵੀ ਪੂਰੀਆਂ ਕਰੋਗੇ। ਲੇਕਿਨ ਹੁਣ ਇਸ ਦੇਹ ਦਾ ਉਪਯੋਗ ਇੱਕ ਘਰ ਤੋਂ ਜ਼ਿਆਦਾ ਨਹੀਂ ਹੋਵੇਗਾ ਤੁਹਾਡੇ ਲਈ। ਇਹ ਘਰ ਵੀ ਇੱਕ ਵਿਸ਼ਰਾਮ ਘਰ ਹੈ, ਜਿੱਥੇ ਥੋੜ੍ਹੀ ਦੇਰ ਲਈ ਰੁਕਣਾ ਹੈ। ਅਸਲੀ ਘਰ ਤਾਂ ਹੁਣ ਉਹ ਹੋ ਗਿਆ ਜਿੱਥੋਂ ਕਿਰਨ ਆਈ ਹੈ, ਜਿੱਥੇ ਕਿਰਨ ਨੇ ਵਾਪਿਸ ਜਾਣਾ ਹੈ। ਆਪਣੇ ਮੂਲ ਸੋਮੇ ਵਿੱਚ, ਉਗਣ ਸਥਾਨ ਵਿੱਚ ਪਰਤ ਜਾਵੇ ਤਾਂ ਹੀ ਸਾਨੂੰ ਜੀਵਨ ਦੇ ਮੂਲ ਆਧਾਰ ਅਤੇ ਪਰਮ ਰਹੱਸ ਦਾ ਅਨੁਭਵ ਹੋ ਸਕਦਾ। ਇਸ ਲਈ ਬੁੱਧ ਨੇ ਉਸ ਨੂੰ ਆਲਿਆ ਕਿਹਾ, ਉਸ ਨੂੰ ਅਸਲੀ ਘਰ ਕਿਹਾ, ਜਿੱਥੇ ਪਰਤੇਗੀ ਮੂਲ ਸੋਮਾ, ਮੂਲ ਉਦਗਮ ਵਿੱਚ, ਜਿਵੇਂ ਗੰਗਾ ਗੰਗੋਤਰੀ ਵਿੱਚ ਪਰਤ ਜਾਵੇ। ਇਉਂ ਜਿਸ ਦਿਨ ਤੁਹਾਡੀ ਕਿਰਨ ਦੇ ਸਹਾਰੇ ਨੂੰ ਪਕੜ ਕੇ ਤੁਸੀਂ ਉਸ ਮਹਾਸੂਰਜ ਵਿੱਚ ਪਹੁੰਚ ਜਾਓਗੇ ਜਿੱਥੋਂ ਇਸ ਕਿਰਨ ਦਾ ਆਉਣਾ ਹੋਇਆ ਸੀ। ਜਿਵੇਂ ਕੋਈ ਭਟਕਿਆ ਹੋਵੇ ਯਾਤਰੀ ਅਨੇਕਾਂ ਵਰ੍ਹਿਆਂ ਦੀ ਭਟਕਣ ਤੋਂ ਬਾਅਦ ਅਚਾਨਕ ਆਪਣੇ ਘਰ ਆ ਜਾਵੇ, ਤਾਂ ਜਿਹੋ ਜਿਹਾ ਆਨੰਦ ਨਾਲ ਨਾਚ ਉੱਠੇ, ਫਿਰ ਉਹੋ ਜਿਹਾ ਨਾਚ ਤੁਹਾਡੇ ਜੀਵਨ ਵਿੱਚ ਪ੍ਰਗਟ ਹੋਣ ਲੱਗੇਗਾ। ਤੁਹਾਨੂੰ ਆਪਣਾ ਅਸਲੀ ਘਰ ਮਿਲ ਗਿਆ। ਪਰਮਾਤਮਾ ਅਸਲੀ ਘਰ ਹੈ।
ਅਸੀਂ ਉਸ ਦੀਆਂ ਭਟਕੀਆਂ ਹੋਈਆਂ ਕਿਰਨਾਂ, ਪਰ ਅਸੀਂ ਉਹ ਹਾਂ। ਕਿੰਨੇ ਹੀ ਭਟਕ ਜਾਈਏ, ਕਿਰਨ ਸੂਰਜ ਤੋਂ ਕਿੰਨੀ ਦੂਰ ਚਲੀ ਜਾਵੇ, ਸੂਰਜ ਹੀ ਹੈ। ਇਹ ਸੂਤਰ ਕਹਿੰਦਾ ਹੈ ਮਨੁੱਖ ਵਿੱਚ ਆਲਸ ਦੇ ਸ਼ੁੱਧ ਉਜਲ ਸੱਤਵ ਨੂੰ ਛੱਡ ਕੇ ਸਭ ਕੁਝ ਮਰਨਹਾਰ ਹੈ, ਸਭ ਕੁਝ ਮਿੱਟੀ ਹੈ। ਮਨੁੱਖ ਹੀ ਉਸ ਦੀ ਸਫੇਦ ਕਿਰਨ ਹੈ, ਪ੍ਰਕਾਸ਼ ਦੀ ਇੱਕ ਰੇਖਾ ਜੋ ਅੰਦਰ ਅਪੂਰਵ ਰੂਪ ਨਾਲ ਨਿਰਦੋਸ਼ ਤੇ ਬੇਦਾਗ ਹੈ। ਨਵੀਂ ਭੂਮੀ ਉੱਤੇ ਮਿੱਟੀ ਦਾ ਇੱਕ ਰੂਪ ਹੈ, ਲੇਕਿਨ ਆਪਣੇ ਸੁਭਾਅ ਵਿੱਚ ਅਪੂਰਵ ਰੂਪ ਨਾਲ ਨਿਰਦੋਸ਼ ਬੇਦਾਗ। ਕਿਰਨਾਂ ਦੀਆਂ ਕੁਝ ਖੂਬੀਆਂ ਹਨ। ਇੱਕ ਖੂਬੀ ਤਾਂ ਪ੍ਰਕਾਸ਼ ਦੀ ਕਿਰਨ ਦੀ ਇਹ ਹੈ, ਤੁਸੀਂ ਉਸ ਨੂੰ ਗੰਦੀ ਨਹੀਂ ਕਰ ਸਕਦੇ। ਉਸ ਨੂੰ ਗੰਦੀ ਕਰਨ ਦਾ ਕੋਈ ਉਪਾਅ ਵੀ ਨਹੀਂ ਹੈ। ਕਦੇ ਤੁਸੀਂ ਖਿਆਲ ਕੀਤਾ ਇੱਕ ਸਵੇਰੇ ਸਾਫ ਸੁਥਰੇ ਸਰੋਵਰ ਵਿੱਚ, ਨਿਰਮਲ ਸਰੋਵਰ ਵਿੱਚ ਸੂਰਜ ਦਾ ਅਕਸ਼ ਬਣਦਾ। ਸੂਰਜ ਦੀਆਂ ਕਿਰਨਾਂ ਨਿਰਮਲ ਸਰੋਵਰ ਦੀ ਹਿੱਕ ਉੱਤੇ ਨੱਚਦੀਆਂ ਹਨ, ਲਹਿਰ ਲਹਿਰ ਸੋਨਾ ਬਣ ਜਾਂਦੀ ਹੈ। ਉਹੀ ਸੂਰਜ ਇੱਕ ਗੰਦੀ ਛੱਪੜੀ ਵਿੱਚ ਵੀ ਨੱਚਦਾ ਹੈ। ਗੰਦੀ ਛੱਪੜੀ ਵਿੱਚ ਬੋ ਹੈ, ਗੰਦਗੀ ਹੈ, ਚਿੱਕੜ ਕਵਾੜ ਹੈ, ਕੋਲ ਜਾਣ ਦਾ ਚਿੱਤ ਨਹੀਂ ਕਰਦਾ। ਇੰਨਾ ਕੁਝ ਹੈ, ਸਭ ਗੰਦਾ ਹੈ। ਸੂਰਜ ਦੀ ਕਿਰਨ ਉਸ ਉੱਤੇ ਵੀ ਨੱਚਦੀ ਹੈ, ਉਸ ਗੰਦੀ ਛੱਪੜੀ ਵਿੱਚ ਵੀ। ਕੀ ਤੁਸੀਂ ਸੋਚਦੇ ਹੋ ਸ਼ੁੱਧ ਸਰੋਵਰ ਉੱਤੇ ਨੱਚਦੀ ਕਿਰਨ ਸ਼ੁੱਧ ਤੇ ਗੰਦੀ ਛੱਪੜੀ ਉੱਤੇ ਨੱਚਦੀ ਕਿਰਨ ਅਸ਼ੁੱਧ ਹੋ ਜਾਂਦੀ ਹੈ? ਕੀ ਕਿਰਨ ਵੀ ਗੰਦਗੀ ਵਿੱਚ ਪ੍ਰਵੇਸ਼ ਕਰਦੀ ਹੈ? ਕੀ ਗੰਦੀ ਛੱਪੜੀ ਕਿਰਨ ਨੂੰ ਗੰਦੀ ਕਰਦੀ ਹੈ? ਕਿ ਗੰਦੀ ਛੱਪੜੀ ਵਿੱਚ ਸੂਰਜ ਦਾ ਜੋ ਅਕਸ਼ ਬਣਦਾ ਹੈ ਉਹ ਗੰਦਾ ਹੋ ਜਾਂਦਾ ਹੈ? ਪ੍ਰਕਾਸ਼ ਦਾ ਸੁਭਾਅ ਹੈ ਨਿਰਦੋਸ਼ ਹੋਣਾ, ਉਸ ਨੂੰ ਅਸ਼ੁੱਧ ਨਹੀਂ ਕੀਤਾ ਜਾ ਸਕਦਾ। ਤੁਹਾਡੇ ਅੰਦਰ ਵੀ ਉਹ ਜੋ ਪਰਮ ਪ੍ਰਕਾਸ਼ ਦੀ ਕਿਰਨ ਹੈ ਉਹ ਬੇਦਾਗ ਤੇ ਬੇਦੋਸ਼ ਹੈ। ਭਾਵੇਂ ਕਿੰਨੇ ਹੀ ਤਪ ਕੀਤੇ ਹੋਣ ਜਾਂ ਕਿੰਨੇ ਵੀ ਪਾਪ ਕੀਤੇ ਹੋਣ ਤਾਂ ਵੀ ਕੀ, ਭਾਵੇਂ ਕਿੰਨੀ ਹੀ ਗੰਦਗੀ ਇਕੱਠੀ ਕੀਤੀ ਹੋਵੇ ਜਨਮਾਂ ਜਨਮਾਂ ਦੀ, ਉਹ ਸਭ ਮਿੱਟੀ ਦੇ ਨਾਲ ਜੁੜੀ ਹੈ, ਛੱਪੜੀ ਦੇ ਨਾਲ ਜੁੜੀ ਹੈ। ਉਸ ਪ੍ਰਕਾਸ਼ ਦੀ ਕਿਰਨ ਉੱਤੇ ਉਸ ਦਾ ਜਰਾ ਵੀ ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਤਾਂ ਸ਼ੁੱਧ ਹੈ, ਸ਼ੁੱਧ ਹੋਣਾ ਉਹਦਾ ਸੁਭਾਅ ਹੈ, ਆਪਣੇ ਆਪ ਵਿੱਚ ਸ਼ੁੱਧ ਹੈ ਉਹ। ਇਸ ਨੂੰ ਠੀਕ ਤਰ੍ਹਾਂ ਸਮਝ ਲੈਣਾ। ਕੁਝ ਚੀਜ਼ਾਂ ਹਨ ਜੋ ਸ਼ੁੱਧ ਹੋ ਸਕਦੀਆਂ ਹਨ, ਅਸ਼ੁੱਧ ਹੋ ਸਕਦੀਆਂ ਹਨ, ਉਹਨਾਂ ਦਾ ਸੁਭਾਅ ਨਹੀਂ ਹੈ ਸ਼ੁੱਧ ਹੋਣਾ। ਤੁਸੀਂ ਪਾਣੀ ਨੂੰ ਗੰਦਾ ਕਰ ਸਕਦੇ ਹੋ, ਸ਼ੁੱਧ ਕਰ ਸਕਦੇ ਹੋ, ਸ਼ੁੱਧ ਹੋਣਾ ਉਹਦਾ ਸੁਭਾਅ ਨਹੀਂ ਹੈ। ਉਹ ਸ਼ੁੱਧ ਵੀ ਹੋ ਸਕਦਾ, ਅਸ਼ੁੱਧ ਵੀ ਹੋ ਸਕਦਾ ਹੈ, ਉਸ ਵਿੱਚ ਬਦਲਾਅ ਸੰਭਵ ਹੈ। ਪ੍ਰਕਾਸ਼ ਨੂੰ ਤੁਸੀਂ ਗੰਦਾ ਨਹੀਂ ਕਰ ਸਕਦੇ। ਸ਼ੁੱਧ ਹੋਣਾ ਉਹਦਾ ਸੁਭਾਅ ਹੈ, ਅਸ਼ੁੱਧ ਹੋਣਾ ਉਹਦਾ ਸੁਭਾਅ ਹੈ ਨਹੀਂ, ਕੋਈ ਉਪਾਅ ਹੀ ਨਹੀਂ ਅਸ਼ੁੱਧ ਕਰਨ ਦਾ। ਅਸ਼ੁੱਧ ਆਤਮਾ ਜਿਹੀ ਕੋਈ ਚੀਜ਼ ਨਹੀਂ ਹੁੰਦੀ। ਸ਼ੁੱਧ ਹੋਣਾ ਆਤਮਾ ਦਾ ਸੁਭਾਅ ਹੈ, ਸ਼ੁੱਧ ਹੀ ਆਤਮਾ ਹੈ। ਸੋ ਇੱਕ ਤਾਂ ਇਹ ਗੱਲ ਖਿਆਲ ਵਿੱਚ ਰੱਖ ਲੈਣਾ ਕਿ ਕੁਝ ਵੀ ਕੀਤਾ ਹੋਵੇ, ਕੁਝ ਵੀ ਹੋਇਆ ਹੋਵੇ, ਆਤਮਾ ਸ਼ੁੱਧ ਨਹੀਂ ਹੁੰਦੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ। ਇਸ ਦਾ ਮਤਲਬ ਅਜਿਹਾ ਲਿਆ ਗਿਆ ਹੈ। ਇਸ ਲਈ ਸਾਡੇ ਦੇਸ਼ ਵਿੱਚ ਜਿੱਥੇ ਕਿ ਆਤਮਾ ਦੀ ਇੰਨੀ ਚਰਚਾ ਹੈ, ਆਦਮੀ ਇੰਨਾ ਗੰਦਾ ਹੈ, ਉਹਨਾਂ ਦੇਸ਼ਾਂ ਤੋਂ ਵੀ ਜ਼ਿਆਦਾ ਗੰਦਾ ਹੈ ਜਿਨ੍ਹਾਂ ਦੇਸ਼ਾਂ ਵਿੱਚ ਆਤਮਾ ਦੀ ਇੰਨੀ ਚਮਕ ਨਹੀਂ ਹੈ। ਉਹਨਾਂ ਦੇਸ਼ਾਂ ਤੋਂ ਵੀ ਵੱਧ ਗੰਦਾ ਹੈ ਜਿੱਥੇ ਕਿ ਆਤਮਾ ਦਾ ਯਕੀਨ ਵੀ ਨਹੀਂ ਹੁੰਦਾ। ਅਜੀਬ ਗੱਲ ਜਾਪਦੀ ਹੈ। ਜਦ ਪੱਛਮ ਦੇ ਲੋਕ ਭਾਰਤ ਦੀਆਂ ਕਿਤਾਬਾਂ ਤੋਂ ਪ੍ਰਭਾਵਿਤ ਹੋ ਕੇ ਭਾਰਤ ਆਉਂਦੇ ਨੇ ਤਾਂ ਭਾਰਤ ਦਾ ਆਦਮੀ ਉਹਨਾਂ ਦੇ ਸਾਰੇ ਪ੍ਰਭਾਵ ਪੂੰਝ ਸੁੱਟਦਾ ਹੈ। ਉੱਥੋਂ ਆਉਂਦੇ ਹਨ ਸੋਚ ਕੇ ਰਿਸ਼ੀ ਮੁਨੀ, ਸੋਚਦੇ ਨੇ ਕਿ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ, ਮੁੜ ਜਾਂਦੇ ਨੇ ਸਾਰੀਆਂ ਆਸਾਂ ਖੋ ਕੇ। ਕਿਉਂਕਿ ਇੱਥੇ ਜਿਸ ਆਦਮੀ ਨਾਲ ਮਿਲਣਾ ਹੁੰਦਾ ਹੈ ਉਸ ਦਾ ਰਿਸ਼ੀ ਮੁਨੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ। ਇੱਥੇ ਜੋ ਆਦਮੀ ਹੈ ਉਹ ਇੰਨਾ ਅਪਵਿੱਤਰ ਹੋ ਗਿਆ ਹੈ, ਉਹ ਸੋਚਦੇ ਨੇ ਕਿ ਆਦਮੀ ਇੰਨਾ ਅਪਵਿੱਤਰ ਕਿਵੇਂ ਹੋ ਗਿਆ, ਇੰਨਾ ਛੋਟਾ, ਇੰਨਾ ਅਸ਼ੁੱਧ ਕਿਉਂ ਹੈ। ਇਸ ਦਾ ਕਾਰਨ ਇਹ ਮਹਾਨ ਸੂਤਰ ਹੈ। ਇਹ ਹੈਰਾਨੀ ਦੀ ਗੱਲ ਲੱਗੇਗੀ ਕਿ ਮੈਂ ਕਹਿੰਦਾ ਹਾਂ, ਇਸ ਦਾ ਕਾਰਨ ਇਹ ਮਹਾਨ ਸੂਤਰ ਹੈ। ਮਹਾਨ ਸੂਤਰ ਨਹੀਂ, ਸਾਡੇ ਹੱਥਾਂ ਵਿੱਚ ਤਾਂ ਕੁਝ ਵੀ ਪੈ ਜਾਵੇ, ਅਸੀਂ ਉਸ ਵਿੱਚੋਂ ਜੋ ਗਲਤ ਹੈ ਕੱਢ ਲਵਾਂਗੇ। ਇਸ ਮੁਲਕ ਨੂੰ ਇਸ ਗੱਲ ਦਾ ਸੂਤਰ ਬੁੱਧ ਨੇ ਦਿੱਤਾ ਹੈ, ਮਹਾਵੀਰ ਨੇ ਦਿੱਤਾ ਹੈ, ਕ੍ਰਿਸ਼ਨ ਨੇ ਦਿੱਤਾ ਹੈ। ਤੁਸੀਂ ਬੇਦਾਗ ਹੋ, ਤੁਸੀਂ ਪਵਿੱਤਰ ਹੋ। ਸ਼ੁੱਧ ਹੋਣਾ ਤੁਹਾਡਾ ਨਿੱਜ ਆਪਣੇ ਆਪ ਦਾ ਸੁਭਾਅ ਹੈ। ਕੋਈ ਉਪਾਅ ਨਹੀਂ ਤੁਹਾਨੂੰ ਸ਼ੁੱਧ ਕਰਨਾ। ਅਸੀਂ ਕਿਹਾ ਤਦ ਬਿਲਕੁਲ ਠੀਕ ਹੈ। ਇਹ ਕਿਹਾ ਸੀ ਇਸ ਲਈ ਕਿ ਤੁਸੀਂ ਆਸ ਨਾਲ ਭਰੋ। ਇਹ ਕਿਹਾ ਸੀ ਇਸ ਲਈ ਕਿ ਤੁਸੀਂ ਆਸ ਦੀ ਕਿਰਨ ਨੂੰ ਪਕੜ ਕੇ ਸ਼ੁੱਧ ਸੁਭਾਅ ਦੀ ਯਾਤਰਾ ਕਰ ਸਕੋ। ਅਸੀਂ ਕਿਹਾ ਤਦ ਬਿਲਕੁਲ ਠੀਕ ਹੈ। ਜੇ ਸੁਭਾਅ ਸ਼ੁੱਧ ਹੀ ਹੈ
फिर पाप कर लैण विच की हर्ज है। इस नूं असीं जाण के अजिहा सोचिਆ है कि अजिहा नहीं, ये साडे अचेतन मन ने ग्रहण किया है। असीं पाप करन विच सरल हो गए। जद अशुद्ध हुंदा ही नहीं फिर अशुद्धि का डर की रखना। जद शुद्ध है सब कुछ फिर ये पाप करन दी सहूलत मिली है, इस नूं क्यों खोना। ये अचेतन विच बैठ गई है साडे गल। ਤਾਂ ਇਹ ਮੁਲਕ आत्मा ਦਾ परम ਗਿਆਨ ਲੈ ਕੇ भी मनुख की दृष्टि तो बहुत हीना ਤੇ दीन हो गया। इस सूत्र का मतलब यह है तुसी ना लेना कि तुसी शुद्ध हो, इस लई गल खत्म हो गई। इस सूत्र तो तुसी इन्ना ही मतलब लेना कि तुहाडे अंदर जो अज्ञात किरण है, जो कि तुसी नहीं हो, तुसी तां जो हो वो शुद्ध हो, तुसी तां गंदी छप्पड़ी हो, वो किरण का तुहानूं पता नहीं है जिसकी इस सूत्र विच चर्चा की गई है। उपनिषद जिसका गीत गाउंदे हन, गीत जिसका गुणगान करदी है, वो आत्मा की किरण तुसी अजे नहीं हो, तुसी हो सकते हो पर होण दी एक सूत्र ये भी है कि ये गंदी छप्पड़ी नालों तुहाडी एकमिकता टुटी। जे गंदी छप्पड़ी भरदी चली जाती है तो एकमिकता टुटनी सुभाविक है, होर वधदी चली जाती है। जे इस नूं मैं इउं कहां तुसी जिहो जिहे हो गंदे हो, जिहो जिहे हो सकते हो, वो जो तुहाडी अपनी निज दी होनी है वो सदा शुद्ध है तो ठीक होवेगा। तद सानू दो बिंदु मिल जाणगे, जिहो जिहा मैं हाँ वो गंदा हाँ, जिहो जिही मेरी होनी है, मेरी निज अपनी प्रकृति है वो शुद्ध है। इसलिए जो मैं हुण दिखाई दे रहा उसनूं मैं छड्डना है, जो मैं हुण हाँ दिखाई नहीं पै रहा उसनूं मैं पाउणा। नहीं तो इस देश विच अजिहा होया कि साधु सन्यासी ज्ञानी समझाउंदे रहिंदे हन, चोरी पापी बेईमानी बलैकीए वो सब बैठे सुणदे रहिंदे हन, पर मन विचों कहंदे हन बिल्कुल ठीक है महाराज, कित्थे शुद्ध आत्मा बिल्कुल शुद्ध हैगी। आत्मा शुद्ध हो ही नहीं सकती। एक सन्यासी नूं मैं जाणदा भारत विच जो थोड़े जिहे ज्ञान नाल महागिआनी होए ने, उन्हां चों एक हन कुंद। वो उन्हां कुंद दे छात्रां उत्ते अपने प्रवचन करते हैं। वो एक सन्यासी हैं, उन्हां दे प्रवचन सुन के जिहड़े लोग इकट्ठे हुंदे ने उन्हां दे चेहरे ही दस सकते हैं कि इन्हां दा कुंद नाल कोई लैणा देना नहीं। सब चोरां दी जमात, चंगे चोरां दी, क्योंकि बुरे चोर तां जेलां विच पए हन, उन्हां नूं तां कोई मौका ही नहीं है। चंगे चोरां दी जमात इकट्ठी हो जाती है, काफ़ी दान दक्षिणा करते हैं, मंदिर बनाते हैं, आश्रम खुलवाते हैं, तीर्थ यात्रा हुंदी है। मैथों उन्हां दा एक भगत पुछ रहा सी, इन्ने धनाड़ सब इत्थे कुंद नूं सुणन आउंदे ने, कुंद विच इन्हां दा की रस हो सकदा है। तां मैं कहा कुंद विच एक ही रस है, क्योंकि कुंद दा ऐलान है तुसीं सदा शुद्ध हो, तुसीं अशुद्ध हो ही नहीं सकते। ये सब चोर ये सुन के बड़ा धरवास पाउंदे ने कि सदा शुद्ध बिल्कुल ठीक, तो वो 100 रुपए की चोरी करते हैं, 10 उन्होंने दान दे देंगे ने। कुंद तू ठीक कह रहे हैं इसलिए दान दे देंगे ने, तेरी बाणी ते सानू भरोसा है। नाहक परेशानी हो ही जाते हैं, चिंता विच पैंदे ने, भीड़ चलते हैं, मन च गलियानी हुंदी है। तू सब पूंजी छड्डी, सब धो दिती, 100 रुपए की चोरी की, 10 दान दे दिते, 10% दान करके फिर 100 रुपए की चोरी लई तैयारी की है, क्योंकि हुण कोई डर नहीं, होर 100 रुपए की चोरी लई तैयारी की है, क्योंकि हुण चिंता नहीं, कुंद ते पक्का भरोसा है। कुंद ठीक कहता है कि चोरी नूं बिल्कुल गलत ना समझना, पर कठिनाई है कुंद कुछ भी कहण इस नाल की हुंदा है, वो जो आदमी समझण वाला है वो की समझेगा, अंतम तीजे उस तो होण वाला है। सूत्र यही कहता है, इसलिए मैं कहता जरा सावधानी पूर्वक समझना। इसका मतलब ये नहीं कि तुसी बिल्कुल ठीक हो। सो बाकी कल तक जेकर तुहानूं प्रवचन पसंद आ रहे हैं तो वीडियो नूं लाइक शेयर कमेंट जरूर करियो। धन्यवाद जी।